ਇਹ ਅਜੀਬ ਇਤਫਾਕ ਸੀ ਕਿ ਜਦ ਵੀ ਮੇਰੀ ਘਰਵਾਲੀ ਪ੍ਰੈਗਨੈਂਟ ਹੁੰਦੀ ਤਾਂ ਮੇਰਾ ਨੌਕਰ ਬਹੁਤ ਖੁਸ਼ ਹੁੰਦਾ ਤੇ ਕਹਿੰਦਾ ਕਿ ਸਾਹਬ ਮੈਂ ਬਾਪ ਬਣਨ ਵਾਲਾ ਹਾਂ। ਹਾਲਾਂਕਿ ਉਹ 20 ਸਾਲ ਦਾ ਸੀ। ਜਦ ਮੇਰੀ ਘਰਵਾਲੀ ਦੀ ਡਿਲੀਵਰੀ ਦਾ ਵਕਤ ਹੁੰਦਾ ਤਾਂ ਉਹ ਮੇਥੋਂ ਛੁੱਟੀ ਮੰਗਦਾ ਕਿ ਉਸਨੇ ਆਪਣੀ ਘਰਵਾਲੀ ਨੂੰ ਹਸਪਤਾਲ ਲੈ ਕੇ ਜਾਣਾ ਹੈ। ਮੈਂ ਹੈਰਾਨ ਹੁੰਦਾ ਕਿ ਇੰਨੀ ਘੱਟ ਉਮਰ ਵਿੱਚ ਉਸਨੇ ਵਿਆਹ ਕਦ ਕਰਵਾ ਲਿਆ। ਇੱਕ ਦਿਨ ਜਦ ਮੈਂ ਆਪਣੀ ਘਰਵਾਲੀ ਨੂੰ ਉਸਦੇ ਪੇਕੇ ਛੱਡ ਕੇ ਆਇਆ, ਜਦ ਅੱਧੀ ਰਾਤ ਨੂੰ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਪਾਣੀ ਪੀਣ ਲਈ ਬਾਹਰ ਆਇਆ ਤਾਂ ਮੈਂ ਦੇਖਿਆ ਕਿ ਨੌਕਰ ਦੇ ਕਮਰੇ ਦੀ ਲਾਈਟ ਜਗ ਰਹੀ ਸੀ। ਜਦ ਮੈਂ ਉਸਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉੱਥੇ ਤਾਂ ਅੱਜ ਸਾਡੇ ਵਿਆਹ ਨੂੰ 3 ਸਾਲ ਹੋਣ ਤੋਂ ਬਾਅਦ ਮੇਰੀ ਘਰਵਾਲੀ ਨੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਵਾਲੀ ਖਬਰ ਸੁਣਾਈ ਸੀ। ਉਹ ਕਹਿਣ ਲੱਗੀ, ਰੋਹਨ, ਮੈਂ ਮਾਂ ਬਣਨ ਵਾਲੀ ਹਾਂ। ਇਹ ਖਬਰ ਸੁਣ ਕੇ ਮੈਨੂੰ ਆਪਣੇ ਕੰਨਾਂ ਪਰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਕਿਹਾ, ਰੂਹੀ, ਕੀ ਤੂੰ ਸੱਚ ਕਹਿ ਰਹੀ ਆਂ? ਉਸਨੇ ਕਿਹਾ, ਮੈਂ ਬਿਲਕੁਲ ਸੱਚ ਕਹਿ ਰਹੀ ਹਾਂ। ਰੱਬ ਨੇ ਸਾਡੀ ਸੁਣ ਲਈ। ਉਸ ਦੀ ਗੱਲ ਸੁਣ ਕੇ ਤਾਂ ਮੇਰੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜਨ ਲੱਗੀ। ਮੈਂ ਕਿਹਾ, ਤੂੰ ਰੁਕ, ਮੈਂ ਇਹ ਖਬਰ ਮਾਂ ਨੂੰ ਸੁਣਾ ਕੇ ਆਉਂਦਾ ਹਾਂ। ਮੈਂ ਆਪਣੇ ਕਮਰੇ ਤੋਂ ਬਾਹਰ ਆ ਗਿਆ। ਸਾਹਮਣੇ ਹੀ ਹਾਲ ਵਿੱਚ ਮਾਂ ਬੈਠੀ ਸੀ। ਕਹਿਣ ਲੱਗੀ ਕਿ ਰੋਹਨ, ਮੇਰੇ ਕੋਲ ਆ ਕੇ ਬੈਠ। ਮੈਂ ਉਹਨਾਂ ਕੋਲ ਜਾ ਕੇ ਬੈਠ ਗਿਆ। ਮੈਨੂੰ ਪਤਾ ਸੀ ਕਿ ਉਹ ਅੱਜ ਫਿਰ ਮੇਰੇ ਵਿਆਹ ਦੀ ਗੱਲ ਕਰਨ ਵਾਲੀ ਹੈ। ਉਹ ਮੈਨੂੰ ਕਹਿਣ ਲੱਗੀ ਕਿ ਰੋਹਨ, ਦੇਖ ਪੁੱਤਰ, ਤੇਰੀ ਘਰਵਾਲੀ ਤਾਂ ਬਾਂਝ ਹੈ। ਉਹ ਤੈਨੂੰ ਕਦੇ ਵੀ ਔਲਾਦ ਦਾ ਸੁੱਖ ਨਹੀਂ ਦੇ ਸਕਦੀ। ਮੇਰੀ ਗੱਲ ਮੰਨ, ਤੂੰ ਦੂਜਾ ਵਿਆਹ ਕਰਵਾ ਲੈ। ਮੇਰੇ ਕੋਲ ਕਈ ਕੁੜੀਆਂ ਦੀਆਂ ਫੋਟੋਆਂ ਹਨ। ਤੂੰ ਬਸ ਇੱਕ ਕੁੜੀ ਦੀ ਫੋਟੋ ਨੂੰ ਪਸੰਦ ਕਰ ਲੈ, ਬਾਕੀ ਮੈਂ ਆਪੇ ਦੇਖ ਲੂੰ। ਮੇਰੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ। ਮੈਂ ਕਿਹਾ, ਮਾਂ, ਤੁਸੀਂ ਇਹਨਾਂ ਸਭ ਫੋਟੋਆਂ ਨੂੰ ਛੱਡ ਦਿਓ। ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਸੁਣਾਉਣ ਲੱਗਾ ਹਾਂ। ਮਾਂ ਵੀ ਸੁਣਨ ਲਈ ਬੇਤਾਬ ਹੋ ਗਈ ਸੀ। ਉਹ ਕਹਿਣ ਲੱਗੀ, ਛੇਤੀ ਦੱਸ, ਕੀ ਕਹਿਣਾ ਚਾਹੁੰਦਾ ਏਂ? ਮੈਂ ਕਿਹਾ, ਮਾਂ, ਤੁਸੀਂ ਦਾਦੀ ਬਣਨ ਵਾਲੇ ਹੋ। ਮਾਂ ਨੇ ਮੇਰੇ ਵੱਲ ਹੈਰਾਨੀ ਨਾਲ ਦੇਖਿਆ ਤੇ ਕਹਿਣ ਲੱਗੀ ਕਿ ਤੂੰ ਦੂਜਾ ਵਿਆਹ ਟਾਲਣ ਲਈ ਮੈਨੂੰ ਝੂਠ ਬੋਲ ਰਿਹਾ ਏਂ। ਮੈਂ ਕਿਹਾ, ਮਾਂ, ਮੈਂ ਸੱਚ ਬੋਲ ਰਿਹਾ। ਮੈਨੂੰ ਇਹ ਖੁਸ਼ਖਬਰੀ ਖੁਦ ਰੂਹੀ ਨੇ ਸੁਣਾਈ ਹੈ। ਮਾਂ ਨੇ ਦੋਨੋਂ ਹੱਥ ਜੋੜ ਕੇ ਰੱਬ ਦਾ ਸ਼ੁਕਰੀਆ ਅਦਾ ਕੀਤਾ। ਕਹਿਣ ਲੱਗੀ ਕਿ ਹੇ ਰੱਬਾ, ਤੇਰਾ ਸ਼ੁਕਰ ਹੈ। ਜਦ ਮੈਂ ਬਾਹਰ ਨਿਕਲਿਆ ਤਾਂ ਮੇਰਾ ਮਾਲੀ ਸ਼ਾਮੂ ਖੜਾ ਸੀ। ਉਹ ਖੜਾ ਮੁਸਕਰਾ ਰਿਹਾ ਸੀ। ਉਸਦੇ ਚਿਹਰੇ 'ਤੇ ਸੱਚੀ ਖੁਸ਼ੀ ਨਜ਼ਰ ਆ ਰਹੀ ਸੀ। ਮੈਂ ਅੱਗੇ ਹੋ ਕੇ ਉਸ ਨੂੰ ਪੁੱਛਿਆ ਕਿ ਕੀ ਗੱਲ ਹੈ ਸ਼ਾਮੂ, ਤੂੰ ਇੰਨਾ ਖੁਸ਼ ਦਿਖ ਰਿਹਾ ਏਂ? ਉਹ ਕਹਿਣ ਲੱਗਿਆ ਕਿ ਸਾਹਬ ਜੀ, ਮੈਂ ਬਾਪ ਬਣਨ ਵਾਲਾ ਹਾਂ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਤੇ ਉਸ ਨੂੰ ਕਿਹਾ ਕਿ ਇਹ ਤੂੰ ਕੀ ਕਹਿ ਰਿਹਾ ਏਂ? ਤੇਰੇ ਚਿਹਰੇ ਤੋਂ ਤਾਂ ਨਹੀਂ ਲੱਗਦਾ ਕਿ ਤੂੰ ਵਿਆਹਿਆ ਹੋਇਆ ਏਂ, ਬਲਕਿ ਮੈਂ ਤਾਂ ਤੈਨੂੰ ਇੱਕ ਬੱਚਾ ਸਮਝਦਾ ਹਾਂ। ਉਹ ਹੱਸਿਆ ਤੇ ਕਹਿਣ ਲੱਗਾ, ਸਾਹਬ ਜੀ, ਹਾਂ, ਮੈਂ ਅਜੇ ਬੱਚਾ ਹੀ ਹਾਂ, ਪਰ ਸਾਡੇ ਲੋਕਾਂ ਵਿੱਚ ਛੇਤੀ ਵਿਆਹ ਕਰਨ ਦਾ ਰਿਵਾਜ ਹੈ। ਮੈਂ ਹੱਸ ਕੇ ਕਿਹਾ ਕਿ ਚਲੋ, ਇਹ ਵੀ ਵਧੀਆ ਗੱਲ ਹੈ। ਮੈਂ ਉਸ ਨੂੰ ਮਠਿਆਈ ਦਿੱਤੀ ਤੇ ਵਾਪਸ ਕਮਰੇ ਵਿੱਚ ਆ ਗਿਆ। ਰੂਹੀ ਬਹੁਤ ਹੀ ਖੁਸ਼ ਲੱਗ ਰਹੀ ਸੀ। ਮੈਂ ਕਿਹਾ, ਰੂਹੀ, ਤੈਨੂੰ ਪਤਾ ਹੈ, ਆਪਣਾ ਮਾਲੀ ਸ਼ਾਮੂ ਵੀ ਬਾਪ ਬਣਨ ਵਾਲਾ ਹੈ। ਇਹ ਸੁਣ ਕੇ ਰੂਹੀ ਦੇ ਚਿਹਰੇ ਦਾ ਰੰਗ ਇੱਕਦਮ ਉੱਡ ਗਿਆ। ਮੈਂ ਕਿਹਾ, ਰੂਹੀ, ਤੈਨੂੰ ਕੀ ਹੋਇਆ? ਤੂੰ ਇੰਨੀ ਪਰੇਸ਼ਾਨ ਕਿਉਂ ਹੋ ਗਈ? ਉਹ ਕਹਿਣ ਲੱਗੀ, ਨਹੀਂ ਨਹੀਂ, ਅਜਿਹੀ ਤਾਂ ਕੋਈ ਗੱਲ ਨਹੀਂ। ਮੈਂ ਤਾਂ ਇਹ ਸੋਚ ਰਹੀ ਸੀ ਕਿ ਉਹ ਇੰਨੀ ਘੱਟ ਉਮਰ ਵਿੱਚ ਬਾਪ ਕਿਵੇਂ ਬਣ ਸਕਦਾ ਹੈ। ਮੈਂ ਹੱਸਿਆ ਤੇ ਕਹਿਣ ਲੱਗਾ ਕਿ ਹਾਂ, ਮੈਂ ਵੀ ਇਹੀ ਸੋਚ ਰਿਹਾ ਸੀ। ਖੈਰ, ਮੈਂ ਤਾਂ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਰੱਬ ਸਭ ਨੂੰ ਬੱਚੇ ਦੇਵੇ। ਉਸ ਦਿਨ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ ਸੀ। ਵਿਆਹ ਤੋਂ 2 ਸਾਲ ਬਾਅਦ ਤਾਂ ਵਧੀਆ ਲੰਘੇ ਸਨ, ਪਰ ਤੀਜੇ ਸਾਲ ਵਿੱਚ ਹੀ ਲੋਕਾਂ ਨੇ ਮੈਨੂੰ ਬੱਚੇ ਬਾਰੇ ਪੁੱਛ-ਪੁੱਛ ਕੇ ਪਰੇਸ਼ਾਨ ਕਰ ਦਿੱਤਾ ਸੀ। ਇੱਥੋਂ ਤੱਕ ਕਿ ਮੇਰੀ ਮਾਂ ਵੀ ਕਹਿਣ ਲੱਗੀ ਸੀ ਕਿ ਤੇਰੀ ਘਰਵਾਲੀ ਬਾਂਝ ਆ, ਇਹ ਤੈਨੂੰ ਔਲਾਦ ਨਹੀਂ ਦੇ ਸਕਦੀ, ਤੂੰ ਦੂਜਾ ਵਿਆਹ ਕਰਵਾ ਲੈ। ਮਾਂ ਦੀਆਂ ਗੱਲਾਂ ਸੁਣ ਕੇ ਜਦ ਮੈਂ ਆਪਣੇ ਕਮਰੇ ਵਿੱਚ ਜਾਂਦਾ ਤਾਂ ਉੱਥੇ ਰੂਹੀ ਰੋ ਰਹੀ ਹੁੰਦੀ। ਉਹ ਮੈਨੂੰ ਸਵਾਲ ਕਰਦੀ ਕਿ ਕੀ ਤੁਸੀਂ ਆਪਣੀ ਮਾਂ ਦੀ ਗੱਲ ਮੰਨ ਜਾਓਗੇ? ਕੀ ਤੁਸੀਂ ਮੈਨੂੰ ਛੱਡ ਦਿਓਗੇ? ਮੈਂ ਉਸ ਨੂੰ ਕਸਮਾਂ ਖਾ ਖਾ ਕੇ ਦਿਲਾਸਾ ਦਿੰਦਾ, ਮੈਂ ਤੈਨੂੰ ਨਹੀਂ ਛੱਡਾਂਗਾ। ਮੈਂ ਉਸ ਨੂੰ ਇਹ ਤੱਕ ਕਹਿ ਦਿੱਤਾ ਸੀ ਕਿ ਜੇਕਰ ਆਪਣੇ ਬੱਚਾ ਨਾ ਹੋਇਆ ਤਾਂ ਆਪਾਂ ਬੱਚਾ ਗੋਦ ਲੈ ਲਵਾਂਗੇ, ਪਰ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ। ਪਰ ਫਿਰ ਵੀ ਉਸ ਦੇ ਮਨ ਵਿੱਚ ਡਰ ਬੈਠ ਗਿਆ ਸੀ ਕਿ ਮੈਂ ਉਸ ਨੂੰ ਛੱਡ ਦੇਵਾਂਗਾ। ਖੈਰ, 3 ਸਾਲ ਬਾਅਦ ਹੁਣ ਮੇਰੀ ਜ਼ਿੰਦਗੀ ਵਿੱਚ ਸਕੂਨ ਆ ਗਿਆ ਸੀ।
ਮਾਂ ਨੇ ਵੀ ਹੁਣ ਮੈਨੂੰ ਦੂਜੇ ਵਿਆਹ ਬਾਰੇ ਕਹਿਣਾ ਛੱਡ ਦਿੱਤਾ ਸੀ ਤੇ ਰੂਹੀ ਨੇ ਵੀ ਰੋਣਾ ਛੱਡ ਦਿੱਤਾ ਸੀ। ਮੈਂ ਜਿੰਨਾ ਹੋ ਸਕੇ ਰੂਹੀ ਦਾ ਵੱਧ ਤੋਂ ਵੱਧ ਖਿਆਲ ਰੱਖਦਾ। ਸਾਡੇ ਘਰ ਵਿੱਚ 3 ਸਾਲ ਬਾਅਦ ਬੱਚਾ ਹੋਇਆ ਸੀ, ਇਸ ਲਈ ਮੈਂ ਬਹੁਤ ਹੀ ਸਾਵਧਾਨੀ ਵਰਤਦਾ। ਰੂਹੀ ਨੂੰ ਬੈੱਡ ਤੋਂ ਵੀ ਥੱਲੇ ਨਹੀਂ ਉਤਰਨ ਦਿੰਦਾ ਸੀ। ਸਮਾਂ ਗੁਜ਼ਰਦਾ ਗਿਆ। ਹੁਣ ਤਾਂ ਰੂਹੀ ਦਾ ਪੇਟ ਵੀ ਦਿਖਣ ਲੱਗ ਗਿਆ ਸੀ। ਇੱਕ ਦਿਨ ਮੇਰਾ ਮਾਲੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਸਾਹਿਬ ਜੀ ਮੈਨੂੰ ਅੱਜ ਛੁੱਟੀ ਚਾਹੀਦੀ ਹੈ। ਮੈਂ ਕਿਹਾ ਕਿਉਂ, ਸਭ ਠੀਕ ਤਾਂ ਹੈ, ਤੂੰ ਬਹੁਤ ਪਰੇਸ਼ਾਨ ਲੱਗ ਰਿਹਾ ਏ। ਉਸਨੇ ਕਿਹਾ ਕਿ ਅੱਜ ਮੇਰੀ ਘਰਵਾਲੀ ਦੀ ਤਬੀਅਤ ਠੀਕ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਅੱਜ ਉਸ ਦੀ ਡਿਲੀਵਰੀ ਹੋ ਜਾਵੇਗੀ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਇਆ ਤੇ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢ ਕੇ ਉਸ ਨੂੰ ਦੇ ਦਿੱਤੇ। ਮੈਂ ਕਿਹਾ ਇਹ ਪੈਸੇ ਰੱਖ ਲੈ ਤੇ ਆਪਣੀ ਘਰਵਾਲੀ ਨੂੰ ਵਧੀਆ ਹਸਪਤਾਲ ਵਿੱਚ ਲੈ ਕੇ ਜਾਵੀਂ। ਉਸਨੇ ਪੈਸੇ ਤਾਂ ਰੱਖ ਲਏ ਪਰ ਕਿਹਾ ਕਿ ਅਸੀਂ ਗਰੀਬ ਲੋਕ ਹਸਪਤਾਲ ਵਿੱਚ ਨਹੀਂ ਜਾਂਦੇ, ਸਾਡੇ ਤਾਂ ਘਰ ਹੀ ਦਾਈ ਆ ਕੇ ਬੱਚੇ ਨੂੰ ਜਨਮ ਦਿਵਾ ਦਿੰਦੀ ਹੈ। ਫਿਰ ਉਸਨੇ ਮੈਨੂੰ ਕਿਹਾ ਕਿ ਸਾਹਿਬ ਸ਼ਾਇਦ ਤੁਹਾਡੀ ਘਰਵਾਲੀ ਦੀ ਤਬੀਅਤ ਵੀ ਖਰਾਬ ਹੋ ਰਹੀ ਹੋਵੇ, ਤੁਸੀਂ ਇੱਕ ਵਾਰ ਆਪਣੇ ਕਮਰੇ ਵਿੱਚ ਜਾ ਕੇ ਦੇਖ ਲਓ। ਉਹ ਮੇਰੀ ਘਰਵਾਲੀ ਲਈ ਚਿੰਤਤ ਲੱਗ ਰਿਹਾ ਸੀ। ਉਸ ਦੇ ਲਹਿਜੇ ਵਿੱਚ ਕੁਝ ਜ਼ਰੂਰ ਸੀ ਜਿਸ ਨੇ ਮੈਨੂੰ ਚੌਂਕਾ ਦਿੱਤਾ ਸੀ। ਮੈਂ ਸਿਰ ਹਿਲਾ ਕੇ ਆਪਣੇ ਕਮਰੇ ਵਿੱਚ ਆ ਗਿਆ ਤੇ ਉੱਥੇ ਆਪਣੀ ਪਤਨੀ ਨੂੰ ਦਰਦ ਨਾਲ ਤੜਫਦਾ ਹੋਇਆ ਦੇਖ ਕੇ ਮੈਂ ਹੈਰਾਨ ਰਹਿ ਗਿਆ। ਉਸਨੇ ਕਿਹਾ, ਰੋਹਨ ਮੇਰੀ ਤਬੀਅਤ ਬਹੁਤ ਖਰਾਬ ਹੋ ਰਹੀ ਹੈ। ਮੇਰੇ ਮੱਥੇ ਤੇ ਪਰੇਸ਼ਾਨੀ ਦੀਆਂ ਲਕੀਰਾਂ ਆ ਗਈਆਂ ਸਨ। ਮੈਂ ਪੁੱਛਿਆ ਕਿ ਮੇਰੀ ਗੈਰ ਮੌਜੂਦਗੀ ਵਿੱਚ ਇੱਥੇ ਕੋਈ ਆਇਆ ਸੀ ਕਿਆ? ਕੀ ਸ਼ਾਮੂ ਮਾਲੀ ਇੱਥੇ ਆਇਆ ਸੀ? ਮੇਰੀ ਪਤਨੀ ਆਪਣਾ ਦਰਦ ਭੁੱਲ ਕੇ ਮੇਰੇ ਵੱਲ ਦੇਖਣ ਲੱਗੀ ਸੀ। ਉਸ ਦੇ ਚਿਹਰੇ ਤੇ ਚਿੰਤਾ ਸਾਫ਼ ਝਲਕ ਰਹੀ ਸੀ। ਉਸਨੇ ਕਿਹਾ, ਨਹੀਂ ਨਹੀਂ, ਮਾਲੀ ਦਾ ਮੇਰੇ ਕਮਰੇ ਵਿੱਚ ਕੀ ਕੰਮ? ਤੁਸੀਂ ਮੈਨੂੰ ਕਿਉਂ ਪੁੱਛ ਰਹੇ ਹੋ? ਮੈਂ ਸਿਰ ਹਿਲਾ ਦਿੱਤਾ ਸੀ। ਮੈਂ ਆਪਣੇ ਆਪ ਨੂੰ ਕੋਸਣ ਲੱਗਿਆ ਕਿ ਮੇਰੀ ਪਤਨੀ ਦੀ ਤਬੀਅਤ ਖਰਾਬ ਹੈ ਤੇ ਮੈਂ ਉਸ ਤੋਂ ਕਿਹੋ ਜਿਹੀਆਂ ਗੱਲਾਂ ਪੁੱਛ ਰਿਹਾ ਹਾਂ। ਮੈਂ ਉਸ ਕੋਲ ਜਾ ਕੇ ਬੈਠ ਗਿਆ ਤੇ ਉਸ ਨੂੰ ਕਿਹਾ ਕਿ ਚੱਲ ਆਪਾਂ ਹਸਪਤਾਲ ਚੱਲਦੇ ਹਾਂ। ਉਸਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਕਿ ਮੈਂ ਆਪਣੀ ਡਾਕਟਰ ਨੂੰ ਕਾਲ ਕੀਤਾ ਸੀ। ਉਸਨੇ ਮੈਨੂੰ ਕਿਹਾ ਹੈ ਕਿ ਜੇਕਰ ਤੂੰ ਨਾਰਮਲ ਡਿਲੀਵਰੀ ਕਰਵਾਉਣੀ ਹੈ ਤਾਂ ਜਦ ਤੱਕ ਤੇਰੀ ਤਬੀਅਤ ਜ਼ਿਆਦਾ ਖਰਾਬ ਨਹੀਂ ਹੋ ਜਾਂਦੀ ਉਦੋਂ ਤੱਕ ਤੂੰ ਬਾਹਰ ਨਾ ਨਿਕਲੀ ਤੇ ਘਰ ਵਿੱਚ ਦਰਦ ਸਹਿਣ ਦੀ ਕੋਸ਼ਿਸ਼ ਕਰੀ। ਮੈਂ ਸਿਰ ਹਿਲਾ ਦਿੱਤਾ ਸੀ। ਅੱਜ ਮੈਂ ਆਫਿਸ ਤੋਂ ਵੀ ਛੁੱਟੀ ਲੈ ਲਈ ਸੀ ਤੇ ਸਾਰਾ ਦਿਨ ਆਪਣੀ ਪਤਨੀ ਦੇ ਕੋਲ ਹੀ ਬੈਠਾ ਰਿਹਾ। ਉਸ ਦੇ ਮੱਥੇ ਤੇ ਬਾਰ-ਬਾਰ ਪਸੀਨਾ ਆ ਰਿਹਾ ਸੀ। ਮੈਂ ਕਿਹਾ, ਕੀ ਗੱਲ ਹੈ, ਤਬੀਅਤ ਜ਼ਿਆਦਾ ਖਰਾਬ ਹੋ ਰਹੀ ਹੈ? ਤਾਂ ਉਹ ਕਹਿਣ ਲੱਗੀ ਕਿ ਹੁਣ ਮੈਥੋਂ ਦਰਦ ਬਰਦਾਸ਼ਤ ਨਹੀਂ ਹੋ ਰਿਹਾ। ਮੈਂ ਜਲਦੀ ਨਾਲ ਗੱਡੀ ਕੱਢੀ ਤੇ ਆਪਣੀ ਪਤਨੀ ਨੂੰ ਹਸਪਤਾਲ ਲੈ ਗਿਆ। ਕਰੀਬ 2 ਘੰਟਿਆਂ ਬਾਅਦ ਨਰਸ ਮੇਰੇ ਕੋਲ ਇੱਕ ਕੱਪੜੇ ਵਿੱਚ ਲਿਪਟੀ ਹੋਈ ਛੋਟੀ ਜਿਹੀ ਬੱਚੀ ਨੂੰ ਲੈ ਕੇ ਆਈ। ਜਦ ਮੈਂ ਪਹਿਲੀ ਵਾਰ ਆਪਣੇ ਬੱਚੇ ਨੂੰ ਗੋਦ ਵਿੱਚ ਲਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਨਿਕਲਣ ਲੱਗੇ। ਇਹ ਪਲ ਮੇਰੇ ਲਈ ਬਹੁਤ ਹੀ ਵਧੀਆ ਸੀ। ਮੈਂ ਆਪਣੀ ਬੇਟੀ ਦਾ ਨਾਮ ਚੰਚਲ ਰੱਖਿਆ। ਜਦ ਮੈਨੂੰ ਰੂਹੀ ਨੂੰ ਮਿਲਣ ਦੀ ਇਜਾਜ਼ਤ ਮਿਲੀ ਤਾਂ ਮੈਂ ਉਸ ਕੋਲ ਗਿਆ। ਉਹ ਬਹੁਤ ਉਦਾਸ ਲੇਟੀ ਹੋਈ ਸੀ। ਮੈਂ ਕਿਹਾ, ਰੂਹੀ ਅੱਜ ਤਾਂ ਖੁਸ਼ੀ ਮਨਾਉਣ ਦਾ ਦਿਨ ਹੈ, ਤੂੰ ਕਿਉਂ ਉਦਾਸ ਆਂ? ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ 3 ਸਾਲ ਬਾਅਦ ਔਲਾਦ ਦਿੱਤੀ, ਉਹ ਵੀ ਇੱਕ ਬੇਟੀ। ਮੈਂ ਚਾਹੁੰਦੀ ਸੀ ਕਿ ਆਪਣੇ ਇੱਕ ਬੇਟਾ ਪੈਦਾ ਹੁੰਦਾ। ਰੂਹੀ ਤੇਰਾ ਦਿਮਾਗ ਤਾਂ ਠੀਕ ਹੈ? ਮੈਨੂੰ ਬੇਟਾ ਜਾਂ ਬੇਟੀ ਵਿੱਚ ਕੋਈ ਫਰਕ ਨਹੀਂ ਹੈ। ਮੇਰੇ ਲਈ ਤਾਂ ਇੰਨਾ ਹੀ ਬਹੁਤ ਹੈ ਕਿ ਮੇਰੇ ਬੱਚੇ ਨੇ ਤੇਰੀ ਕੁੱਖ ਤੋਂ ਜਨਮ ਲਿਆ ਹੈ। ਉਸਨੇ ਕਿਹਾ ਕਿ ਤੁਹਾਡੀ ਮਾਂ ਤੁਹਾਨੂੰ ਫਿਰ ਤੋਂ ਦੂਜਾ ਵਿਆਹ ਕਰਨ ਨੂੰ ਕਹੇਗੀ। ਮੈਂ ਕਿਹਾ, ਨਹੀਂ ਰੂਹੀ, ਹੁਣ ਬਿਲਕੁਲ ਵੀ ਅਜਿਹਾ ਨਹੀਂ ਹੋਵੇਗਾ, ਤੂੰ ਚਿੰਤਾ ਨਾ ਕਰ। ਰੂਹੀ ਦੀ ਡਿਲੀਵਰੀ ਨਾਰਮਲ ਹੋਈ ਸੀ, ਇਸ ਲਈ ਸਾਨੂੰ ਸ਼ਾਮ ਨੂੰ ਹੀ ਛੁੱਟੀ ਮਿਲ ਗਈ ਸੀ। ਅਸੀਂ ਘਰ ਆ ਗਏ। ਮੇਰੀ ਮਾਂ ਵੀ ਬਹੁਤ ਖੁਸ਼ ਸੀ। ਉਸਨੇ ਆਪਣੀ ਪੋਤੀ ਦਾ ਮੱਥਾ ਚੁੰਮਿਆ ਤੇ ਉਸ ਨੂੰ ਗੋਦੀ ਵਿੱਚ ਲੈ ਕੇ ਪਿਆਰ ਕਰਨ ਲੱਗੀ। ਅਸੀਂ ਆਂਢ ਗੁਆਂਢ ਸਭ ਦਾ ਮੂੰਹ ਮਿੱਠਾ ਕਰਵਾਇਆ। ਬੱਚੀ ਦੇ ਨਾਲ ਪਹਿਲੀ ਰਾਤ ਬਹੁਤ ਹੀ ਮੁਸ਼ਕਲ ਨਾਲ ਕੱਢੀ। ਉਹ ਸਾਰੀ ਰਾਤ ਰੋਂਦੀ ਰਹੀ। ਅਗਲੀ ਸਵੇਰ ਮੈਂ ਖਿੜਕੀ ਵਿੱਚ ਦੇਖਿਆ ਕਿ ਬਾਹਰ ਸ਼ਾਮੂ ਖੜਾ ਸੀ। ਮੈਂ ਸੋਚਿਆ ਕਿ ਉਸ ਨੂੰ ਜਾ ਕੇ ਪੁੱਛਦਾ ਹਾਂ ਕਿ ਉਸ ਦੀ ਪਤਨੀ ਤੇ ਬੱਚਾ ਕਿਵੇਂ ਹਨ। ਮੈਂ ਬਾਹਰ ਜਾ ਕੇ ਉਸ ਨੂੰ ਪੁੱਛਿਆ ਕਿ ਕੱਲ੍ਹ ਸਭ ਠੀਕ ਠਾਕ ਰਿਹਾ। ਉਸ ਨੇ ਕਿਹਾ ਕਿ ਮੇਰੀ ਪਤਨੀ ਦੇ ਬੇਟਾ ਹੋਇਆ ਹੈ। ਤਾਂ ਮੈਂ ਉਸ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਚੰਚਲ ਦੇ ਹੋਣ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਬਦਲ ਗਈ ਸੀ। ਮੈਂ ਆਫਿਸ ਤੋਂ ਵੀ ਜਲਦੀ ਆ ਜਾਇਆ ਕਰਦਾ ਸੀ ਤੇ ਉਸ ਨੂੰ ਬਾਹਰ ਲਾਅਨ ਵਿੱਚ ਲੈ ਕੇ ਬੈਠ ਜਾਂਦਾ ਸੀ। ਉਹ ਫੁੱਲਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਸੀ। ਉਸ ਦੀਆਂ ਛੋਟੀਆਂ-ਛੋਟੀਆਂ ਕਲਕਾਰੀਆਂ
ਮੇਰੇ ਦਿਲ ਨੂੰ ਬਹੁਤ ਸਕੂਨ ਦਿੰਦੀਆਂ। ਜਦ ਉਸਨੂੰ ਭੁੱਖ ਲੱਗੀ ਤਾਂ ਮੈਂ ਉਸਨੂੰ ਕਮਰੇ ਵਿੱਚ ਲੈ ਆਇਆ ਤੇ ਉਸਨੂੰ ਰੂਹੀ ਨੂੰ ਫੜਾ ਦਿੱਤਾ। ਰੂਹੀ ਬੈੱਡ ਤੇ ਪਈ ਸੀ, ਇਸ ਲਈ ਮੈਂ ਹੀ ਚੰਚਲ ਲਈ ਫੀਡ ਤਿਆਰ ਕਰਨ ਲੱਗਿਆ। ਮੈਂ ਕਿਹਾ, ਆਪਣੀ ਚੰਚਲ ਤਾਂ ਫੁੱਲਾਂ ਨੂੰ ਦੇਖ ਕੇ ਐਵੇਂ ਖੁਸ਼ ਹੁੰਦੀ ਹੈ ਜਿਵੇਂ ਕਿਸੇ ਮਾਲੀ ਦੀ ਬੱਚੀ ਹੋਵੇ। ਮੈਂ ਤਾਂ ਸਹਿਜ ਸੁਭਾਅ ਹੀ ਕਹਿ ਦਿੱਤਾ ਸੀ, ਪਰ ਜਦ ਮੈਂ ਫੀਡਰ ਵਿੱਚ ਦੁੱਧ ਪਾ ਕੇ ਪਿੱਛੇ ਮੁੜਿਆ, ਦੇਖਿਆ ਕਿ ਰੂਹੀ ਦੇ ਮੱਥੇ ਤੇ ਵੱਟ ਪੈ ਗਏ। ਉਹ ਕਹਿਣ ਲੱਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਪਤਨੀ ਬਦਕਿਰਦਾਰ ਹੈ? ਮੈਂ ਤੁਰੰਤ ਆਪਣੇ ਦੋਨਾਂ ਕੰਨਾਂ ਨੂੰ ਫੜਿਆ ਤੇ ਕਿਹਾ ਕਿ ਮੈਨੂੰ ਮਾਫ਼ ਕਰ ਦੇ, ਮੈਂ ਤਾਂ ਇਹੋ ਜਿਹੀ ਗੱਲ ਸੋਚ ਵੀ ਨਹੀਂ ਸਕਦਾ। ਉਹ ਚੁੱਪਚਾਪ ਪੈ ਗਈ, ਪਰ ਮੈਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋ ਗਿਆ ਕਿ ਮੇਰੀ ਪਤਨੀ ਨੇ ਕਿਵੇਂ ਸੋਚ ਲਿਆ ਕਿ ਮੈਂ ਉਸ 'ਤੇ ਸ਼ੱਕ ਕਰ ਰਿਹਾ ਹਾਂ। ਉਸੇ ਵਕਤ ਮੈਨੂੰ ਆਫਿਸ ਤੋਂ ਕਾਲ ਆ ਗਈ ਕਿ ਮੈਨੂੰ ਤੁਰੰਤ ਹੀ ਆਫਿਸ ਵਿੱਚ ਜਾਣਾ ਪਵੇਗਾ। ਮੈਂ ਰੂਹੀ ਨੂੰ ਦੱਸ ਕੇ ਚਲਾ ਗਿਆ, ਪਰ ਉਸਨੇ ਕੁਝ ਨਾ ਕਿਹਾ, ਸਿਰਫ ਸਿਰ ਹਿਲਾ ਦਿੱਤਾ। ਮੈਨੂੰ ਪਤਾ ਸੀ ਕਿ ਉਹ ਮੇਰੇ ਨਾਲ ਨਾਰਾਜ਼ ਹੈ। ਮੈਂ ਚੁੱਪਚਾਪ ਆਫਿਸ ਲਈ ਚਲਾ ਗਿਆ। ਮੈਂ ਅਜੇ ਥੋੜੀ ਹੀ ਦੂਰ ਗਿਆ ਸੀ ਕਿ ਮੈਨੂੰ ਮੇਰੇ ਬੌਸ ਦਾ ਫੋਨ ਆ ਗਿਆ। ਉਹਨਾਂ ਨੇ ਮੈਨੂੰ ਇੱਕ ਫਾਈਲ ਬਾਰੇ ਦੱਸਿਆ ਜਿਹੜੀ ਕਿ ਮੈਂ ਲੈ ਕੇ ਜਾਣੀ ਸੀ, ਇਸ ਲਈ ਮੈਨੂੰ ਵਿੱਚ ਰਸਤੇ ਤੋਂ ਹੀ ਵਾਪਸ ਘਰ ਆਉਣਾ ਪਿਆ। ਮੈਂ ਆਪਣੀ ਧੁਨ ਵਿੱਚ ਆਪਣੇ ਕਮਰੇ ਵੱਲ ਵਧ ਰਿਹਾ ਸੀ ਕਿ ਮੇਰੇ ਕੰਨਾਂ ਵਿੱਚ ਰੂਹੀ ਦੀ ਆਵਾਜ਼ ਸੁਣਾਈ ਦਿੱਤੀ। ਪਤਾ ਨਹੀਂ ਉਹ ਕਿਸ ਨਾਲ ਗੱਲ ਕਰ ਰਹੀ ਸੀ। ਉਹ ਕਹਿ ਰਹੀ ਸੀ ਕਿ ਤੈਨੂੰ ਪਤਾ ਏ ਅੱਜ ਰੋਹਨ ਚੰਚਲ ਦੇ ਬਾਰੇ ਕੀ ਗੱਲ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਚੰਚਲ ਤਾਂ ਕਿਸੇ ਮਾਲੀ ਦੀ ਕੁੜੀ ਲੱਗਦੀ ਹੈ। ਮੈਂ ਇੱਕ ਝਟਕੇ ਨਾਲ ਦਰਵਾਜ਼ਾ ਖੋਲ੍ਹਿਆ ਕਿਉਂਕਿ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਮੇਰੀ ਪਤਨੀ ਇੰਨੀ ਪਰਸਨਲ ਗੱਲ ਕਿਸ ਨਾਲ ਕਰ ਰਹੀ ਹੈ। ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰਾ ਦਿਲ ਬੈਠ ਗਿਆ ਕਿਉਂਕਿ ਉੱਥੇ ਕੋਈ ਹੋਰ ਨਹੀਂ, ਸ਼ਾਮੂ ਖੜਾ ਸੀ। ਉਹ ਹੱਕਾ ਬੱਕਾ ਰਹਿ ਗਿਆ ਜਦ ਕਿ ਰੂਹੀ ਦੇ ਚਿਹਰੇ ਦਾ ਰੰਗ ਉੱਡ ਗਿਆ। ਮੈਂ ਕਿਹਾ, ਤੂੰ ਇੱਥੇ ਕੀ ਕਰ ਰਿਹਾ ਏ? ਉਸਨੇ ਜਲਦੀ ਨਾਲ ਕਿਹਾ ਕਿ ਮੈਨੂੰ ਤਾਂ ਮੇਮ ਸਾਹਿਬ ਨੇ ਬੁਲਾਇਆ ਸੀ। ਮੈਂ ਰੂਹੀ ਵੱਲ ਦੇਖਿਆ ਤਾਂ ਉਹ ਜਲਦੀ ਨਾਲ ਆਪਣੇ ਪਰਸ ਵਿੱਚੋਂ 1000 ਰੁਪਇਆ ਕੱਢ ਕੇ ਉਸਨੂੰ ਦੇਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਇਹਨਾਂ ਪੈਸਿਆਂ ਦਾ ਆਪਣੇ ਬੇਟੇ ਲਈ ਕੁਝ ਖਰੀਦ ਲਈ। ਉਸਨੇ ਪੈਸੇ ਲਏ ਤੇ ਕਮਰੇ 'ਚੋਂ ਬਾਹਰ ਚਲਾ ਗਿਆ। ਰੂਹੀ ਬਹੁਤ ਘਬਰਾਈ ਹੋਈ ਸੀ। ਉਹ ਬੋਲੀ, ਮੈਨੂੰ ਚੰਚਲ ਦੀ ਖੁਸ਼ੀ ਵਿੱਚ ਖੈਰਾਤ ਦੇਣੀ ਸੀ, ਇਸ ਲਈ ਮੈਂ ਸ਼ਾਮੂ ਨੂੰ ਬੁਲਾਇਆ ਸੀ। ਮੈਂ ਸਿਰ ਹਿਲਾਇਆ ਤੇ ਅਲਮਾਰੀ ਵਿੱਚੋਂ ਫਾਈਲ ਕੱਢ ਕੇ ਚੁੱਪਚਾਪ ਬਾਹਰ ਚਲਾ ਗਿਆ। ਪਰ ਰੂਹੀ ਦੀ ਆਵਾਜ਼ ਹੁਣ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਕਿ ਉਹ ਇੱਕ ਮਾਲੀ ਨਾਲ ਇੰਨੀ ਖੁੱਲ੍ਹ ਕੇ ਗੱਲ ਕਿਵੇਂ ਕਰ ਸਕਦੀ ਹੈ। ਮੈਂ ਤਾਂ ਕਦੇ ਉਸ ਨੂੰ ਹੁਣ ਤੱਕ ਕਦੇ ਕਿਸੇ ਨਾਲ ਗੱਲ ਕਰਦੇ ਨਹੀਂ ਦੇਖਿਆ ਸੀ। ਮੈਂ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਮੈਂ ਸੋਚਿਆ ਕਿ ਮੇਰੀ ਪਤਨੀ ਇਹੀ ਸੋਚਦੀ ਹੋਵੇਗੀ ਕਿ ਜਦ ਮੇਰੀ ਬੇਟੀ ਕੋਲ ਸਭ ਕੁਝ ਹੈ ਤਾਂ ਮਾਲੀ ਦੇ ਬੇਟੇ ਕੋਲ ਵੀ ਕੁਝ ਨਾ ਕੁਝ ਜ਼ਰੂਰ ਹੋਣਾ ਚਾਹੀਦਾ ਹੈ। ਖੈਰ, ਸਮਾਂ ਗੁਜ਼ਰਦਾ ਗਿਆ ਅਤੇ ਜਦ ਚੰਚਲ 3 ਸਾਲ ਦੀ ਹੋ ਗਈ ਤਾਂ ਰੂਹੀ ਨੇ ਮੈਨੂੰ ਇਹ ਖੁਸ਼ਖਬਰੀ ਸੁਣਾਈ ਕਿ ਉਹ ਫਿਰ ਤੋਂ ਮਾਂ ਬਣਨ ਵਾਲੀ ਹੈ। ਮੈਂ ਰੱਬ ਦਾ ਸ਼ੁਕਰੀਆ ਅਦਾ ਕਰਨ ਲੱਗਾ। ਕਿੱਥੇ ਮੈਂ ਬੱਚੇ ਨੂੰ ਤਰਸ ਰਿਹਾ ਸੀ ਤੇ ਕਿੱਥੇ ਮੈਨੂੰ ਹੁਣ ਰੱਬ ਨੇ ਖੁਸ਼ੀਆਂ ਹੀ ਖੁਸ਼ੀਆਂ ਦੇ ਦਿੱਤੀਆਂ ਸਨ। ਮੈਂ ਚੰਚਲ ਨੂੰ ਗੋਦੀ ਚੁੱਕ ਕੇ ਬਾਹਰ ਲੈ ਆਇਆ। ਤਦੇ ਮੇਰੀ ਨਜ਼ਰ ਸ਼ਾਮੂ 'ਤੇ ਪਈ। ਉਹ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਤੇ ਨਾਲ-ਨਾਲ ਗੁਣਗੁਣਾ ਰਿਹਾ ਸੀ। ਮੈਂ ਕਿਹਾ, ਕੀ ਗੱਲ ਹੈ ਸ਼ਾਮੂ, ਤੂੰ ਬੜਾ ਖੁਸ਼ ਦਿਖ ਰਿਹਾ ਏ। ਉਹ ਕਹਿਣ ਲੱਗਿਆ ਕਿ ਸਾਹਿਬ ਜੀ, ਰੱਬ ਨੇ ਮੇਰੀ ਸੁਣ ਲਈ। ਮੇਰੀ ਪਤਨੀ ਪ੍ਰੈਗਨੈਂਟ ਹੈ। ਮੈਂ ਹੱਸ ਕੇ ਕਿਹਾ ਕਿ ਕਿੰਨਾ ਸੋਹਣਾ ਇਤਫਾਕ ਹੈ, ਮੇਰੀ ਪਤਨੀ ਵੀ ਪ੍ਰੈਗਨੈਂਟ ਹੈ। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਿਆ ਜਦਕਿ ਉਸ ਨੂੰ ਮੈਨੂੰ ਵਧਾਈ ਦੇਣੀ ਚਾਹੀਦੀ ਸੀ। ਇਹ ਦੂਸਰੀ ਵਾਰ ਹੋਇਆ ਸੀ ਕਿ ਜਿਸ ਦਿਨ ਮੇਰੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਸੀ, ਉਸੇ ਦਿਨ ਸ਼ਾਮੂ ਦੀ ਪਤਨੀ ਨੇ ਵੀ ਬੱਚੇ ਨੂੰ ਜਨਮ ਦਿੱਤਾ ਸੀ। ਮੈਂ ਸ਼ਾਮੂ ਨੂੰ ਪੁੱਛਿਆ ਕਿ ਤੇਰੇ ਘਰ ਬੇਟਾ ਹੋਇਆ ਹੈ ਜਾਂ ਬੇਟੀ? ਉਸਨੇ ਮੈਨੂੰ ਕਿਹਾ ਕਿ ਬੇਟਾ ਹੋਇਆ ਹੈ। ਮੈਂ ਖੁਸ਼ ਹੋ ਕੇ ਉਸ ਨੂੰ ਕਹਿਣ ਲੱਗਾ ਕਿ ਇਹ ਤਾਂ ਰੱਬ ਦੀ ਮਰਜ਼ੀ ਹੈ। ਪਰ ਮੇਰੀ ਪਤਨੀ ਇਸ ਵਾਰ ਵੀ ਬਹੁਤ ਉਦਾਸ ਸੀ ਕਿ ਉਸ ਨੇ ਇੱਕ ਬੇਟੀ ਨੂੰ ਹੀ ਜਨਮ ਦਿੱਤਾ। ਮੈਂ ਉਸ ਨੂੰ ਸਮਝਾਇਆ ਕਿ ਇਹ ਤਾਂ ਰੱਬ ਦੀ ਦੇਣ ਹੈ। ਤੂੰ ਬੇਵਜ੍ਹਾ ਬੇਟੀਆਂ ਦੇ ਪੈਦਾ ਹੋਣ 'ਤੇ ਉਦਾਸ ਹੋ ਕੇ ਰੱਬ ਨੂੰ ਨਿਰਾਸ਼ ਨਾ ਕਰ। ਫਿਰ ਦੂਸਰੀ ਬੇਟੀ ਤਾਂ ਮੇਰੇ ਲਈ ਬਹੁਤ ਹੀ ਲੱਕੀ ਸਾਬਤ ਹੋਈ ਸੀ। ਉਹਦੇ ਪੈਦਾ ਹੁੰਦੇ ਹੀ ਮੇਰੀ ਤਰੱਕੀ ਹੋ ਗਈ ਸੀ। ਮੈਨੂੰ ਅਚਾਨਕ ਮੇਰੇ ਬੌਸ ਨੇ ਅਮਰੀਕਾ ਭੇਜਣ ਦਾ ਫੈਸਲਾ ਲਿਆ ਸੀ। ਅੱਜ ਸ਼ਾਮ ਦੀ ਫਲਾਈਟ ਸੀ। ਜਦ ਮੈਂ ਇਹ ਗੱਲ ਰੂਹੀ ਨੂੰ ਦੱਸੀ ਤਾਂ ਉਹ ਪਰੇਸ਼ਾਨ ਹੋ ਗਈ ਸੀ ਕਿਉਂਕਿ ਮਾਂ ਵੀ ਮੇਰੇ ਮਾਮੇ ਕੋਲ ਗਈ ਹੋਈ ਸੀ। ਉਹ ਕਹਿਣ ਲੱਗੀ ਕਿ ਮੈਂ ਘਰ ਵਿੱਚ ਇਕੱਲੀ ਕਿਵੇਂ ਰਹਾਂਗੀ, ਫਿਰ 2-2 ਬੱਚਿਆਂ ਨੂੰ ਕਿਵੇਂ ਸੰਭਾਲਾਂਗੀ। ਹਾਂ, ਮੈਨੂੰ ਪਤਾ ਹੈ, ਇਸ ਲਈ ਮੈਂ ਸੋਚਿਆ ਹੈ ਕਿ ਤੈਨੂੰ ਤੇਰੇ ਪੇਕੇ ਛੱਡ ਆਉਂਦਾ ਹਾਂ। ਉਹ ਤਿਆਰ ਹੋ ਗਈ, ਫਿਰ ਮੈਂ ਉਸ ਨੂੰ ਛੱਡ ਆਇਆ।
ਮੇਰੀ ਫਲਾਈਟ ਰਾਤ 12 ਵਜੇ ਦੀ ਸੀ, ਪਰ ਫਲਾਈਟ ਲੇਟ ਹੋ ਗਈ ਸੀ। ਫਲਾਈਟ ਨੇ 4 ਵਜੇ ਜਾਣਾ ਸੀ। ਮੈਂ ਆਪਣੇ ਕਮਰੇ ਵਿੱਚ ਬੈਠਾ ਆਫਿਸ ਦੀਆਂ ਕੁਝ ਜ਼ਰੂਰੀ ਫਾਈਲਾਂ ਦੇਖ ਰਿਹਾ ਸੀ। ਅਚਾਨਕ ਮੇਰੀ ਨਜ਼ਰ ਸ਼ਾਮੂ ਦੇ ਕਮਰੇ 'ਤੇ ਪਈ। ਉਸ ਦੇ ਕਮਰੇ ਦੀ ਲਾਈਟ ਬਲ ਰਹੀ ਸੀ। ਸ਼ਾਮੂ ਇੱਥੇ ਇਕੱਲਾ ਰਹਿੰਦਾ ਸੀ। ਮੈਂ ਸੋਚਣ ਲੱਗਾ ਕਿ ਉਹ ਇੰਨੀ ਦੇਰ ਤੱਕ ਕਿਉਂ ਜਾਗ ਰਿਹਾ ਹੈ। ਕਿਤੇ ਉਸ ਦੀ ਤਬੀਅਤ ਤਾਂ ਨਹੀਂ ਖਰਾਬ ਹੋ ਗਈ। ਮੈਂ ਉਸ ਦੇ ਕਮਰੇ ਵਿੱਚ ਜਾ ਕੇ ਉਸ ਦਾ ਹਾਲ ਚਾਲ ਪੁੱਛਣਾ ਚਾਹੁੰਦਾ ਸੀ। ਮੈਂ ਉਸ ਦੇ ਕਮਰੇ ਤੱਕ ਪਹੁੰਚਾ। ਦਰਵਾਜ਼ਾ ਖੋਲ੍ਹਣ ਲਈ ਜਦ ਹੈਂਡਲ 'ਤੇ ਹੱਥ ਰੱਖਿਆ ਤਾਂ ਮੇਰੇ ਕੰਨਾਂ ਨੂੰ ਇੱਕ ਔਰਤ ਦੀ ਆਵਾਜ਼ ਸੁਣਾਈ ਦਿੱਤੀ। ਸ਼ਾਮੂ, ਮੈਂ ਤੇਰੀਆਂ ਬੇਟੀਆਂ ਨੂੰ ਤੈਨੂੰ ਮਿਲਾਉਣ ਲਈ ਲੈ ਕੇ ਆਈ ਹਾਂ। ਇਹ ਆਵਾਜ਼ ਮੈਨੂੰ ਜਾਣੀ ਪਛਾਣੀ ਲੱਗੀ। ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਸਗੋਂ ਮੇਰੀ ਪਤਨੀ ਰੂਹੀ ਦੀ ਸੀ। ਮੇਰੀ ਤਾਂ ਰੂਹ ਕੰਬ ਗਈ। ਮੈਂ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੂਹੀ 2 ਬੇਟੀਆਂ ਲਈ ਖੜੀ ਸੀ ਤੇ ਸ਼ਾਮੂ ਖੜਾ ਸੀ। ਰੂਹੀ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਸੀ। ਮੈਂ ਉਸ ਨੂੰ ਕਿਹਾ ਕਿ ਇਹ ਕੀ ਬਕਵਾਸ ਹੈ। ਰੂਹੀ ਰੋਣ ਲੱਗੀ। ਉਹ ਕਹਿਣ ਲੱਗੀ ਕਿ ਰੋਹਨ, ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸ ਦਿੰਦੀ ਹਾਂ। ਮੈਂ ਉਸ ਦੇ ਮੂੰਹ 'ਤੇ ਇੱਕ ਥੱਪੜ ਮਾਰਿਆ ਤੇ ਕਿਹਾ ਕਿ ਤੇਰੇ ਜਿਹੀ ਔਰਤ ਮੈਂ ਅੱਜ ਤੱਕ ਨਹੀਂ ਦੇਖੀ। ਮੇਰਾ ਦਿਲ ਕਰਦਾ ਹੈ ਤੈਨੂੰ ਹੁਣੇ ਤਲਾਕ ਦੇ ਕੇ ਘਰ ਤੋਂ ਕੱਢ ਦੇਵਾਂ। ਤਲਾਕ ਦੀ ਗੱਲ ਸੁਣ ਕੇ ਉਹ ਮੇਰੇ ਪੈਰਾਂ 'ਤੇ ਗਿਰ ਪਈ ਤੇ ਕਹਿਣ ਲੱਗੀ, ਰੱਬ ਦੇ ਵਾਸਤੇ ਮੇਰੇ 'ਤੇ ਐਡਾ ਵੱਡਾ ਜ਼ੁਲਮ ਨਾ ਕਰਿਓ। ਮੈਂ ਬਹੁਤ ਮਜਬੂਰ ਸੀ। ਵਿਆਹ ਦੇ 3 ਸਾਲ ਬਾਅਦ ਵੀ ਆਪਣੀ ਔਲਾਦ ਨਹੀਂ ਹੋਈ। ਇਸ ਲਈ ਕੌਣ ਕਸੂਰਵਾਰ ਸੀ? ਕੋਈ ਨਹੀਂ। ਔਲਾਦ ਦੇਣਾ ਤਾਂ ਰੱਬ ਦੇ ਹੱਥ ਵਿੱਚ ਹੁੰਦਾ ਹੈ ਨਾ। ਉਹ ਜਿਸ ਨੂੰ ਚਾਹੇ ਔਲਾਦ ਨਾਲ ਉਸ ਦੀ ਝੋਲੀ ਭਰ ਦੇਵੇ ਤੇ ਜਿਸ ਨੂੰ ਚਾਹੇ ਉਸ ਨੂੰ ਇਸ ਖੁਸ਼ੀ ਤੋਂ ਦੂਰ ਰੱਖ ਸਕਦਾ ਹੈ। ਫਿਰ ਇਹ ਲੋਕ ਸਿਰਫ ਮੈਨੂੰ ਹੀ ਦੋਸ਼ ਕਿਉਂ ਦਿੰਦੇ ਸਨ? ਜਦ ਮੈਂ ਖੁਦ ਦਾ ਚੈੱਕਅਪ ਕਰਵਾਇਆ ਤਾਂ ਉਹ ਡਰ ਸਹੀ ਸਾਬਤ ਹੋਇਆ ਸੀ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ ਸੀ। ਮੇਰੀ ਸੱਸ ਜੋ ਮੈਨੂੰ ਬਾਂਝਪਣ ਦੇ ਤਾਨੇ ਮਾਰਦੀ ਸੀ ਉਹ ਸੱਚ ਹੋ ਗਿਆ ਸੀ। ਮੈਂ ਤੁਹਾਨੂੰ ਕਦੇ ਔਲਾਦ ਨਹੀਂ ਦੇ ਸਕਦੀ ਸੀ। ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਸੀ, ਨਹੀਂ ਤਾਂ ਤੁਸੀਂ ਮੈਨੂੰ ਛੱਡ ਦਿੰਦੇ। ਇਸ ਲਈ ਮੈਂ ਘਰ ਦੇ ਮਾਲੀ ਨੂੰ ਵਿਸ਼ਵਾਸ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਮੈਂ ਬੱਚਾ ਗੋਦ ਲੈਣਾ ਹੈ, ਤੂੰ ਮੇਰੀ ਮਦਦ ਕਰ ਦੇ। ਉਸ ਨੇ ਕਿਹਾ, ਮੇਮ ਸਾਹਿਬ, ਛੋਟਾ ਮੂੰਹ ਵੱਡੀ ਗੱਲ। ਮੇਰੀ ਪਤਨੀ ਪ੍ਰੈਗਨੈਂਟ ਹੈ ਪਰ ਸਾਨੂੰ ਬੱਚਾ ਨਹੀਂ ਚਾਹੀਦਾ ਕਿਉਂਕਿ ਮੇਰੇ ਪਹਿਲਾਂ ਹੀ 4 ਬੱਚੇ ਹਨ। ਜੇ ਤੁਸੀਂ ਕਹੋ ਤਾਂ ਮੈਂ ਉਹ ਬੱਚਾ ਤੁਹਾਨੂੰ ਦੇ ਦੇਵਾਂਗਾ, ਪਰ ਫਿਰ ਤੁਹਾਨੂੰ ਮੇਰਾ ਖਿਆਲ ਰੱਖਣਾ ਹੋਵੇਗਾ। ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਸਭ ਨੂੰ ਦੱਸ ਦੇਵਾਂ ਕਿ ਮੈਂ ਪ੍ਰੈਗਨੈਂਟ ਹਾਂ। ਫਿਰ ਮੈਂ ਅਜਿਹਾ ਹੀ ਕੀਤਾ ਤੇ ਸ਼ਾਮੂ ਦੀ ਔਲਾਦ ਲੈ ਕੇ ਉਸ ਨੂੰ 2 ਲੱਖ ਰੁਪਏ ਦੇ ਦਿੱਤੇ ਤੇ ਚੰਚਲ ਸਾਡੀ ਹੋ ਗਈ। ਪਰ ਮੇਰੀ ਇਹ ਖੁਆਇਸ਼ ਸੀ ਕਿ ਸਾਡੇ ਘਰ ਇੱਕ ਬੇਟਾ ਹੀ ਹੋਵੇ। ਇਸ ਲਈ ਮੈਂ ਮਾਲੀ ਨੂੰ ਕਿਹਾ ਕਿ ਮੈਨੂੰ ਬੇਟਾ ਵੀ ਚਾਹੀਦਾ ਹੈ। ਉਸ ਨੇ ਕਿਹਾ ਕਿ ਮੇਰੀ ਪਤਨੀ ਤੁਹਾਡੇ ਲਈ ਬੱਚਾ ਪੈਦਾ ਕਰਨ ਲਈ ਤਿਆਰ ਹੈ। ਮੈਂ ਬਹੁਤ ਖੁਸ਼ ਹੋ ਗਈ ਅਤੇ ਜਿਸ ਦਿਨ ਉਹ ਪ੍ਰੈਗਨੈਂਟ ਹੋਈ ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਂ ਪ੍ਰੈਗਨੈਂਟ ਹੋ ਗਈ ਹਾਂ। ਰੋਹਨ, ਮੈਂ ਦੁਬਾਰਾ ਇਹ ਸਭ ਬੇਟੇ ਲਈ ਕੀਤਾ ਸੀ, ਪਰ ਸ਼ਾਮੂ ਦੇ ਘਰ ਫਿਰ ਤੋਂ ਬੇਟੀ ਹੀ ਪੈਦਾ ਹੋਈ। ਖੈਰ, ਸਮੇਂ-ਸਮੇਂ 'ਤੇ ਮੈਂ ਸ਼ਾਮੂ ਦੀ ਮਦਦ ਕਰਦੀ ਰਹਿੰਦੀ ਸੀ। ਮੇਰੇ ਸਿਰ ਤੋਂ ਤਲਾਕ ਦਾ ਬੋਝ ਉਤਰ ਗਿਆ ਸੀ। ਮੈਂ ਉਸ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਉਸ ਦੀਆਂ ਬੇਟੀਆਂ ਨਾਲ ਉਸ ਨੂੰ ਮਿਲਵਾ ਦਿੰਦੀ ਸੀ। ਫਿਰ ਅੱਜ ਤੁਸੀਂ ਕਿਹਾ ਕਿ ਤੁਸੀਂ ਅਮਰੀਕਾ ਜਾ ਰਹੇ ਹੋ ਤਾਂ ਮੈਂ ਸ਼ਾਮੂ ਨੂੰ ਕਿਹਾ ਕਿ ਆਪਣੀ ਪਤਨੀ ਨੂੰ ਲੈ ਕੇ ਇੱਥੇ ਆ ਜਾਵੀਂ, ਮੈਂ ਬੱਚਿਆਂ ਨੂੰ ਮਿਲਾ ਦਊਂਗੀ। ਸ਼ਾਮੂ ਤਾਂ ਆਪਣੀਆਂ ਬੱਚਿਆਂ ਨੂੰ ਦੇਖਣ ਲਈ ਆ ਗਿਆ ਸੀ, ਪਰ ਉਸ ਦੀ ਪਤਨੀ ਨਹੀਂ ਆਈ। ਕਹਿਣ ਲੱਗੀ ਕਿ ਮੈਂ ਜਿਹੜੀ ਚੀਜ਼ ਇੱਕ ਵਾਰ ਦੇ ਦਿੱਤੀ ਉਸ ਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੁੰਦੀ। ਇਹ ਮੇਰੀ ਸੱਚਾਈ ਹੈ ਰੋਹਨ, ਮੈਨੂੰ ਮਾਫ਼ ਕਰ ਦਿਓ। ਮੈਂ ਇਹ ਸਭ ਤੁਹਾਡੇ ਪਿਆਰ ਲਈ ਕੀਤਾ ਸੀ। ਮੈਂ ਤੁਹਾਨੂੰ ਖੋਣਾ ਨਹੀਂ ਚਾਹੁੰਦੀ ਸੀ। ਮੈਂ ਗੁੱਸੇ ਵਿੱਚ ਚੀਕਦੇ ਹੋਏ ਰੂਹੀ ਨੂੰ ਕਿਹਾ, ਰੂਹੀ, ਮੈਂ ਤੈਨੂੰ ਕਿਹਾ ਸੀ ਨਾ ਕਿ ਮੈਂ ਬੱਚਾ ਗੋਦ ਲੈਣ ਨੂੰ ਤਿਆਰ ਹਾਂ। ਫਿਰ ਤੂੰ ਇਹ ਗੱਲ ਮੈਥੋਂ ਲੁਕੋ ਕੇ ਕਿਉਂ ਰੱਖੀ? ਤੈਨੂੰ ਸੱਚ ਦੱਸਣਾ ਚਾਹੀਦਾ ਸੀ। ਰੂਹੀ ਮੇਰੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ। ਉਸ ਸਮੇਂ ਮੇਰੇ ਸਾਹਮਣੇ ਇੱਕ ਮਜਬੂਰ ਔਰਤ ਖੜੀ ਸੀ ਜਿਸ ਨੂੰ ਸਮਾਜ ਦੇ ਲੋਕਾਂ ਨੇ ਇੰਨਾ ਮਜਬੂਰ ਕਰ ਦਿੱਤਾ ਸੀ ਕਿ ਉਹ ਪੈਸਿਆਂ ਨਾਲ ਔਲਾਦ ਖਰੀਦਣ ਲਈ ਮਜਬੂਰ ਹੋ ਗਈ। ਮੈਨੂੰ ਉਸ 'ਤੇ ਤਰਸ ਆ ਰਿਹਾ ਸੀ। ਮੈਂ ਸਮਝਦਾ ਹਾਂ ਕਿ ਉਸ ਵਕਤ ਉਹ ਚਾਹ ਕੇ ਵੀ ਮੇਰੇ 'ਤੇ ਭਰੋਸਾ ਨਹੀਂ ਕਰ ਸਕਦੀ ਸੀ, ਕਿਉਂਕਿ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਹਨ ਜੋ ਬੱਚੇ ਨੂੰ ਪਾਉਣ ਲਈ ਦੂਜਾ ਵਿਆਹ ਕਰਨ ਲਈ ਤਿਆਰ ਹੋ ਜਾਂਦੇ ਹਨ ਤੇ ਪਹਿਲੀ ਨੂੰ ਛੱਡ ਦਿੰਦੇ ਹਨ। ਮੈਂ ਉਸ ਦੇ ਹੰਝੂ ਪੂੰਝੇ ਤੇ ਕਿਹਾ ਕਿ ਮੈਨੂੰ ਸਿਰਫ ਇਸ ਗੱਲ ਦੀ ਸ਼ਿਕਾਇਤ ਹੈ ਕਿ ਤੂੰ ਮੇਰੇ ਤੋਂ ਐਡੀ ਵੱਡੀ ਗੱਲ ਕਿਉਂ ਲੁਕੋਈ। ਉਸਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਮੈਨੂੰ ਮਾਫ਼ ਕਰਤਾ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਫਿਰ ਉਹ ਕਹਿਣ ਲੱਗੀ ਕਿ ਆਪਾਂ ਇਹਨਾਂ ਬੇਟੀਆਂ ਨੂੰ ਆਪਣੇ ਨਾਲ ਰੱਖ ਸਕਦੇ ਹਾਂ ਨਾ। ਮੈਂ ਕਿਹਾ, ਪਾਗਲ ਆ ਤੂੰ?
ਆਪਣੀਆਂ ਬੇਟੀਆਂ ਆਪਣੇ ਨਾਲ ਹੀ ਜਾਣਗੀਆਂ, ਹੋਰ ਕਿੱਥੇ ਜਾਣਗੀਆਂ। ਮੇਰੀ ਗੱਲ ਸੁਣ ਕੇ ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਮੈਂ ਸ਼ਾਮੂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਰਾਜ ਨੂੰ ਰਾਜ ਹੀ ਰੱਖੀ। ਉਹ ਕਹਿਣ ਲੱਗਾ, ਐਵੇਂ ਹੀ ਹੋਵੇਗਾ। ਫਿਰ ਮੈਂ ਆਪਣੀਆਂ ਬੇਟੀਆਂ ਨੂੰ ਚੁੱਕਿਆ ਤੇ ਰੂਹੀ ਦਾ ਹੱਥ ਫੜ ਕੇ ਉਸ ਨੂੰ ਘਰ ਅੰਦਰ ਲੈ ਗਿਆ, ਕਿਉਂਕਿ ਉਹ ਮੇਰੀ ਪਤਨੀ ਅਤੇ ਮੇਰੇ ਘਰ ਦੀ ਇੱਜ਼ਤ ਸੀ। ਉਸ ਦੀ ਜਗ੍ਹਾ ਤੇ ਸਨਮਾਨ ਮੇਰੇ ਘਰ ਵਿੱਚ ਹੀ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ।